ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੇ ਜੀਵਨ ਅਤੇ ਸਿੱਖਿਆਵਾਂ ਦੇ ਨਾਲ ਆਪਾਂ ਵਿਚਾਰਾਂ ਦੀ ਸਾਂਝ ਪਾ ਰਹੇ ਹਾਂ। ਪਾਤਸ਼ਾਹ ਦੀ ਸ਼ਹਾਦਤ 11 ਨਵੰਬਰ ਸਨ 1675 ਨੂੰ ਸੰਮਤ ਦੇ ਹਿਸਾਬ ਨਾਲ 11 ਮੱਘਰ ਸੰਮਤ 1732 ਅਤੇ ਚੰਦਰਮਾ ਦੇ ਹਿਸਾਬ ਨਾਲ ਮੱਘਰ ਸੁਦੀ 5 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ, ਜਿੱਥੇ ਇਸ ਵਕਤ ਗੁਰਦੁਆਰਾ ਸੀਸਗੰਜ ਸਾਹਿਬ ਮੌਜੂਦ ਹੈ। ਪਾਤਸ਼ਾਹ ਨੂੰ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕੀਤਾ ਗਿਆ ਅਤੇ ਜਿੱਥੇ ਸ਼ਹੀਦ ਕੀਤਾ ਗਿਆ ਉੱਥੇ ਬੜਾ ਜ਼ਬਰਦਸਤ ਪਹਿਰਾ ਸੀ। ਪਰ ਇਸ ਪਹਿਰੇ ਦੇ ਬਾਵਜੂਦ ਭਾਈ ਜੈਤਾ ਜੀ, ਜੋ ਕਿ ਇੱਕ ਸਫਾਈ ਕਰਮਚਾਰੀ ਦੀ ਵੇਸ਼ਭੂਸ਼ਾ ਦੇ ਵਿੱਚ ਉੱਥੇ ਮੌਜੂਦ ਸਨ, ਉਹਨਾਂ ਨੇ ਪਾਤਸ਼ਾਹ ਦੇ ਇਸ ਪਵਿੱਤਰ ਸੀਸ ਨੂੰ ਪ੍ਰਾਪਤ ਕਰ ਲਿਆ ਅਤੇ ਲੁਕਦੇ ਲੁਕਾਉਂਦੇ ਉੱਥੋਂ ਨਿਕਲ ਗਏ। ਰਸਤੇ ਵਿੱਚ ਰੁਕਦੇ ਹੋਏ ਕੁਝ ਦਿਨਾਂ ਬਾਅਦ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੁੱਜੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪਵਿੱਤਰ ਸੀਸ ਭੇਟ ਕੀਤਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਉਸ ਸੀਸ ਦਾ ਸੰਸਕਾਰ ਕੀਤਾ ਅਨੰਦਪੁਰ ਸਾਹਿਬ ਵਿਖੇ, ਜਿੱਥੇ ਇਸ ਵਕਤ ਗੁਰਦੁਆਰਾ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਮੌਜੂਦ ਹੈ। ਜਦੋਂ ਆਪਾਂ ਧੜ ਦੀ ਗੱਲ ਕਰਦੇ ਹਾਂ ਤਾਂ ਪਾਤਸ਼ਾਹ ਦਾ ਧੜ ਭਾਈ ਲੱਖੀ ਸ਼ਾਹ ਵਣਜਾਰਾ, ਜੋ ਕਿ ਗੁਰੂ ਘਰ ਦੇ ਸ਼ਰਧਾਲੂ ਨੇ, ਗੁਰੂ ਸਾਹਿਬ ਦੇ ਸਿੱਖ ਨੇ, ਭਾਈ ਮਨੀ ਸਿੰਘ ਜੀ ਦੇ ਸਹੁਰਾ ਨੇ ਭਾਈ ਲੱਖੀ ਸ਼ਾਹ ਵਣਜਾਰਾ। ਭਾਈ ਲੱਖੀ ਸ਼ਾਹ ਵਣਜਾਰਾ ਦਿੱਲੀ ਦੇ ਨੇੜੇ ਰਕਾਬਗੰਜ ਪਿੰਡ ਦਾ ਰਹਿਣ ਵਾਲਾ ਹੈ। ਗੱਡਿਆਂ ਦਾ ਕੰਮ ਹੈ। ਸਰਕਾਰੀ ਸਮਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਪਹੁੰਚਾਉਣਾ, ਭਾਵ ਅੱਜ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਤੇ ਟਰਾਂਸਪੋਰਟ ਦਾ ਕੰਮ ਹੈ। ਸਰਕਾਰੀ ਸਮਾਨ ਨੂੰ ਛੱਡ ਕੇ ਤੇ ਵਾਪਸ ਪਿੰਡ ਰਕਾਬਗੰਜ ਜਾ ਰਹੇ ਨੇ ਤੇ ਰਸਤੇ ਵਿੱਚ ਉਹਨਾਂ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਪਤਾ ਲੱਗਦਾ ਤੇ ਆਪਣੇ ਗੱਡਿਆਂ ਨੂੰ ਚਾਂਦਨੀ ਚੌਂਕ ਵਾਲੇ ਪਾਸੇ ਮੋੜ ਲੈਂਦੇ ਨੇ। ਜਦੋਂ ਉੱਥੋਂ ਨਿਕਲਦੇ ਨੇ, ਕਿਉਂਕਿ ਸਰਕਾਰੀ ਸਮਾਨ ਛੱਡਦੇ ਨੇ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ ਨਿਕਲਣ ਵਿੱਚ, ਤੇ ਕੱਚੀ ਸੜਕ ਹੋਣ ਦੇ ਕਾਰਨ, ਕਿਉਂਕਿ ਅੱਜ ਕੱਲ੍ਹ ਵਾਂਗ ਪੱਕੀਆਂ ਸੜਕਾਂ ਉਦੋਂ ਨਹੀਂ ਸਨ ਹੁੰਦੀਆਂ, ਉੱਥੇ ਮਿੱਟੀ ਉੱਡ ਗਈ ਹੈ, ਬੜੀ ਧੂਲ ਭਰ ਗਈ, ਹਨੇਰਾ ਬੈ ਛਾ ਗਿਆ ਹੈ। ਇਸ ਗੱਲ ਦਾ ਫਾਇਦਾ ਉਠਾ ਕੇ ਭਾਈ ਲੱਖੀ ਸ਼ਾਹ ਤੇ ਉਹਨਾਂ ਦੇ ਸਪੁੱਤਰ ਭਾਈ ਨਗਾਈਆ ਜੀ ਨੇ ਗੁਰੂ ਸਾਹਿਬ ਦੇ ਧੜ ਨੂੰ ਪ੍ਰਾਪਤ ਕਰ ਲਿਆ ਤੇ ਇੱਕ ਗੱਡੇ ਦੇ ਵਿੱਚ ਲੁਕਾ ਦਿੱਤਾ। ਹੁਣ ਜਦੋਂ ਉੱਥੇ ਉਹ ਸਿਪਾਹੀ ਗੱਡੇ ਨਿਕਲਣ ਤੋਂ ਬਾਅਦ ਵੇਖਦੇ ਨੇ ਕਿ ਧੜ ਵੀ ਮੌਜੂਦ ਨਹੀਂ ਹੈ, ਸੀਸ ਵੀ ਨਹੀਂ ਹੈ, ਤੇ ਹਫੜਾ ਦਫੜੀ ਮਚ ਜਾਂਦੀ ਹੈ। ਭੱਟ ਕੇਸ਼ੋ ਜੀ ਲਿਖਦੇ ਨੇ, ਚਲਾ ਚਲਾਈ ਹੋ ਰਹੀ ਗੜ ਉਖਰੇ ਮੇਖ, ਲੱਖੀ ਨਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਦੇਖ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਦੀ ਸ਼ਹਾਦਤ ਇੱਕ ਅਦੁੱਤੀ ਸ਼ਹਾਦਤ ਹੈ। ਇਸ ਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ। ਗੁਰੂ ਸਾਹਿਬ ਦੀ ਸ਼ਹਾਦਤ ਇੱਕ ਉਸ ਸਿਧਾਂਤ ਦੇ ਲਈ ਹੈ, ਇੱਕ ਉਸ ਚਿੰਨ੍ਹ ਦੇ ਲਈ ਹੈ ਜਿਸ ਦਾ ਗੁਰਮਤਿ ਨਾਲ ਕੋਈ ਸਰੋਕਾਰ ਨਹੀਂ ਹੈ। ਆਪਾਂ ਗੱਲ ਕਰ ਰਹੇ ਹਾਂ ਜਨੇਊ ਦੀ। ਔਰੰਗਜ਼ੇਬ ਉਸ ਵਕਤ ਹਿੰਦੂ ਸਮਾਜ ਨੂੰ ਮੰਨਣ ਵਾਲਿਆਂ ਦੇ ਜਨੇਊ ਉਤਰਵਾ ਕੇ ਉਹਨਾਂ ਨੂੰ ਇਸਲਾਮ ਵਿੱਚ ਸ਼ਾਮਲ ਕਰ ਰਿਹਾ ਸੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਦੋਂ ਆਪਾਂ ਗੁਰਮਤਿ ਦੀ ਗੱਲ ਕਰਦੇ ਹਾਂ, ਸਿਧਾਂਤਕ ਤੌਰ ਤੇ ਜਨੇਊ ਦੇ ਨਾਲ ਸਹਿਮਤ ਨਹੀਂ ਨੇ, ਕਿਉਂਕਿ ਆਪਾਂ ਪਿਛਲੇ ਇਤਿਹਾਸ ਵਿੱਚ ਪੜ੍ਹਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰਕੇ ਗੁਣਾ ਵਾਲਾ ਜਨੇਊ ਪਾਉਣ ਦੀ ਗੱਲ ਕੀਤੀ ਸੀ। ਰੋਜ਼ਾਨਾ ਆਪਾਂ ਉਹ ਸ਼ਲੋਕ ਆਸਾ ਕੀ ਵਾਰ 'ਚ ਪੜ੍ਹਦੇ ਹਾਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ। ਪਾਤਸ਼ਾਹ ਕਹਿੰਦੇ ਮੈਂ ਉਹ ਜਨੇਊ ਪਾਣਾ ਜਿਹੜਾ ਮੇਰੀ ਜੀਵਾਤਮਾ ਦੇ ਕੰਮ ਆਵੇਗਾ। ਹੁਣ ਇਸ ਜਨੇਊ ਨੂੰ ਜਦੋਂ ਪਾਤਸ਼ਾਹ ਖਤਰੇ ਵਿੱਚ ਦੇਖਦੇ ਨੇ, ਜਦੋਂ ਪਾਤਸ਼ਾਹ ਕੋਲ ਕਸ਼ਮੀਰੀ ਪੰਡਤ ਆਉਂਦੇ ਨੇ ਤੇ ਪਾਤਸ਼ਾਹ ਉਹਨਾਂ ਦਾ ਸਾਥ ਦਿੰਦੇ ਨੇ, ਪਾਤਸ਼ਾਹ ਉਹਨਾਂ ਦੇ ਅੱਗੇ ਲੱਗਦੇ ਨੇ ਤੇ ਔਰੰਗਜ਼ੇਬ ਦੇ ਸਾਹਮਣੇ ਇਸ ਗੱਲ ਨੂੰ ਰੱਖਿਆ ਜਾਂਦਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸਲਾਮ ਕਬੂਲ ਕਰ ਲੈਣਗੇ ਤੇ ਅਸੀਂ ਵੀ ਕਰ ਲਵਾਂਗੇ। ਪਾਤਸ਼ਾਹ ਉਹਨਾਂ ਦੇ ਨਾਲ ਖੜੇ ਹੁੰਦੇ ਨੇ। ਇਸੇ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ ਨਾ, ਭੱਟ ਚਾਂਦ ਜੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਤੇ ਭੱਟ ਚਾਂਦ ਜੀ ਕਹਿੰਦੇ ਨੇ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਂਹ ਨਾ ਛੋੜੀ ਹੈ। ਪਾਤਸ਼ਾਹ ਨੇ ਜਿਨ੍ਹਾਂ ਨੂੰ ਪਕੜਿਆ, ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆਏ ਨੇ ਤੇ ਉਹਨਾਂ ਦੀ ਕਬੂਲ ਕੀਤੀ ਹੈ ਉਹਨਾਂ ਦੀ ਬੇਨਤੀ, ਤੇ ਆਪਣਾ ਸਿਰ ਦੇ ਕੇ ਵੀ ਉਹਨਾਂ ਦਾ ਸਾਥ ਨਹੀਂ ਛੱਡਿਆ। ਸ਼ਾਇਦ ਇਸੇ ਕਰਕੇ ਕਿਤੇ ਅੱਜ ਆਪਾਂ ਸਾਰੇ ਹੀ ਲਗਭਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਹਿੰਦ ਦੀ ਚਾਦਰ ਕਹਿ ਦਿੰਦੇ ਹਾਂ। ਬਿਲਕੁਲ ਠੀਕ ਵੀ ਹੈ, ਇਹਦੇ ਵਿੱਚ ਕੋਈ ਗਲਤੀ ਵੀ ਨਹੀਂ ਹੈ,
क्योंकि पातशाह ने हिंदू धर्म की रखिया लई अपना आप कुर्बान किया है। पर जदों आपां गहराई दे नाल सोचीए तो पातशाह केवल एक धर्म के लिए नहीं, धर्म की आज़ादी लिए अपना आप कुर्बान करते हैं। धर्म हेत साका जिन किया, उन्हों का साका धर्म की आज़ादी लिए है। कोई व्यक्ति जिस भी धर्म को मने अपनी मर्जी अनुसार मने, उहदे उत्ते कोई धर्म ठोसिया नहीं जाना चाहिए। गुरु तेग बहादुर साहब धर्म की आज़ादी लिए ने, मनुखता की आज़ादी, मानवता की आज़ादी लिए। इस करके आप उन्होंने धर्म की चादर भी कह दें, मनुखता की चादर भी कह दें, मानवता की चादर भी कह दें। तो जदों आप दसम पातशाह के कवियां मैनू पढ़ते हैं तो कवि सैनापति जी गुरु तेग बहादुर साहब महाराज बारे लिखते हैं, प्रगट भए गुरु तेग बहादुर सगल सृष्ट पै टापी चादर। सारी सृष्टि की गल कर रहे हैं कवि सैनापति जी। गुरु तेग बहादुर साहब हमारे सृष्टि की चादर ने, वो सारी लुकाई लई ने। उन्होंने आप किसी एक हिस्से के नाल या एक चीज़ नाल जोड़ के नहीं देख सकते, एक धर्म नाल जोड़ के नहीं देख सकते। वो सारी लुकाई दे ने, जिन्हां दी रखिया कीती है उन्होंने तो इस गल नूं समझिया तो वह कह रहे हैं। पर जदों आप गुरु साहब की जीवनी पढ़ीए या जदों आप उन्हां दी शहादत इस मनोरथ नूं वेखीए तो वह सारी लुकाई गई है। गुरु तेग बहादुर साहब महाराज की शहादत तो बाद दसम पातशाह गुरु गोबिंद सिंह जी महाराज ने अजिहे प्रोग्राम उलीके ने कि किसी नूं भी ढैंदी कला का कोई ख्याल नहीं आया, कोई ख्याल नहीं आया। क्योंकि जदों तो पातशाह की शहादत हुई है, दसम पातशाह गुरु गोबिंद सिंह जी महाराज ने शस्त्र विद्या के अभ्यास बढ़ा दिते हैं और बड़िया सारिया जंगां भी लड़िया ने। आप सारा इतिहास जानते हैं, आप सारा इतिहास जानते हैं। गुरु तेग बहादुर साहब महाराज जी की शहादत हो गई है। हुण आप जो गुरु तेग बहादुर साहब की गल करते हैं तो गुरु तेग बहादुर साहब ने यह शहीदी की जिहड़ी आप गल करते हैं, उन्हों के दादा गुरु अर्जन देव जी महाराज इस शहीदी परंपरा को आरंभ करने वाले ने। तो उन्होंने पोतरे चार साहबजादे वो भी शहादत को प्राप्त करते हैं, वो भी शहीद होंदे ने। हुण जदों आप गल करिए गुरु तेग बहादुर साहब महाराज शहीद दादे दे शहीद पोतरे ने ते शहीद पोतरियां दे शहीद दादा ने। आप देख लीए इतिहास के विचों जदों गुरु तेग बहादुर साहब महाराज तो बाद ये शहीदियां का सिलसिला चल ही पिया। आप रोज़ाना अपने शहीदों को याद करते हैं। बंद बंद कटवा के शहीदी प्राप्त की भाई मनी सिंह जी ने, चरखड़िया ते चढ़े ने भाई सुबेग सिंह, शाहबाज सिंह। ये शहीदी परंपरा चल पई और जो अज तक चलती आ रही है। जदों आप गुरु तेग बहादुर साहब महाराज जी की बाणी की गल करते हैं, गुरु तेग बहादुर साहब महाराज ने पहले 5 गुरु साहिबान तो बाद 6वें 7वें 8वें गुरु साहिबान ने बाणी की कोई रचना नहीं की है। गुरु तेग बहादुर साहब महाराज बाणी की रचना की है। बहुत थोड़ी बाणी है पातशाह की, केवल 59 शब्द ने 15 रागां दे विच। ते जदों आप श्लोक 12 ते वधीक पढ़ते हैं तो वो आप जी के 57 श्लोक ने, 59 शब्द ते 57 श्लोक। हुण गुरु तेग बहादुर साहब महाराज जी की बाणी बारे भी किते ना किते असीं अज्ञानता वस विच आके कुछ गल इस तरह की कर देंगे कि पातशाह की जिहड़ी बाणी है ना जी, वो जे किते हुक्मनामे के रूप में आ जाए, खास तौर पर जदों किसी खुशी के समय पर आ जाए तो लोग बड़ा एक वहम भरम च पै जाते हैं। ऐसा नहीं है। पातशाह की बाणी भी बाकी गुरु साहिबान भगत साहिबान की बाणी के वांग सानू परमात्मा के नाल जोड़ती है। जदों आप बाणी पढ़ते हैं पातशाह के बाणी के विचों सानू बड़े उपदेश प्राप्त होते हैं। जदों आप शब्दों की गल करिए, सब तो पहला शब्द जदों आप गुरु ग्रंथ साहब जी की तरतीब के हिसाब नाल शब्द पढ़ते हैं तो धन गुरु तेग बहादुर साहब महाराज का सब तो पहला शब्द गोड़ी राग दे विच ते पहले शब्द की पहली पंक्ति च पातशाह कहते हैं, साधो मन का मान त्यागो। अपने मन के मान नूं त्यागण की गल कह रहे हैं, भाव हौमे नूं छड्डण की गल कह रहे हैं। काम क्रोध संगत दुरजन की ताते ऐनस पाको। इन्हां विकारां नूं छड्डो, भैड़ी संगत नूं छड्डो, दिन रात इहदे तो दूर रवो। तो जदों आप शब्दों की गल कर रहे हैं, सब तो अखीरला शब्द जय जयवंती राग दे विच पातशाह के 4 शब्द ने। तो जय जयवंती राग का जिहड़ा आखिरी शब्द है, उस आखिरी शब्द के आखिरी पदे विच पातशाह कहते हैं, राम भगत हिए आण छाड़ दे तै मन को मान। हुण इत्थे भी मन के मान नूं त्यागण की गल कर रहे हैं। अज इस मन के मान ने ही सानू परेशान किया, इस हौमे ने ही परेशान किया होया। पातशाह सलोकां विच भी कहंदे ने, जय प्राणी हौमै तजै। जिसने हौमे नूं तज दिता है, हौमे नूं छड्ड दिता है, करता राम पछाण, उसने परमात्मा नूं पछाण लिया। कहो नानक वो मुक्त नर
ਇਹ ਮਨ ਸਾਚੀ ਮਾਨ। ਇਹ ਸੱਚੀ ਗੱਲ ਹੈ ਕਿ ਜਿਸ ਨੇ ਹਉਮੈ ਨੂੰ ਛੱਡ ਦਿੱਤਾ ਹੈ, ਇਹ ਸਭ ਤੋਂ ਵੱਡਾ ਰੋਗ ਹੈ ਮਨੁੱਖਤਾ ਦਾ। ਹਉਮੈ ਦੀਰਘ ਰੋਗ ਹੈ। ਆਪਾਂ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਦਾਰੂ ਵੀ ਇਸ ਮਾਏ, ਇਸ ਦਾ ਇਲਾਜ ਵੀ ਹੈ ਗੁਰੂ ਦੇ ਸ਼ਬਦ ਨਾਲ ਜੁੜ ਕੇ ਇਸ ਦਾ ਇਲਾਜ ਸਾਨੂੰ ਲੱਭਣਾ ਹੈ। ਹੁਣ ਜਦੋਂ ਆਪਾਂ ਸਲੋਕਾਂ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾ ਸਲੋਕ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ। ਪਾਤਸ਼ਾਹ ਕਹਿੰਦੇ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜਿਸ ਨੇ ਪਰਮਾਤਮਾ ਦੇ ਗੁਣ ਨਹੀਂ ਗਾਏ ਉਸ ਨੇ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ। ਜਿਹੜਾ ਪਰਮਾਤਮਾ ਨਾਲ ਨਹੀਂ ਜੁੜਿਆ, ਪਰਮਾਤਮਾ ਦੇ ਗੁਣਾਂ ਨਾਲ ਜਿਸ ਨੇ ਸਾਂਝ ਨਹੀਂ ਪਾਈ, ਉਸ ਨੇ ਆਪਣੇ ਜਨਮ ਨੂੰ ਵਿਅਰਥ ਗਵਾ ਲਿਆ। ਤੇ ਜਦੋਂ ਆਪਾਂ ਅਖੀਰਲੇ ਸਲੋਕ ਨੂੰ ਪੜ੍ਹਦੇ ਹਾਂ ਤੇ ਅਖੀਰਲੇ ਸਲੋਕ 'ਚ ਪਾਤਸ਼ਾਹ ਕਹਿੰਦੇ ਨੇ, ਰਾਮ ਨਾਮ ਔਰ ਮੈਂ ਗਹਿਓ ਜਾਂ ਕਹਿ ਸਾਹਮਣੇ ਕੋਈ। ਜਿਸ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ, ਗਹਿਓ ਇੱਥੇ ਹਾਹਾ ਹੈ, ਗਹਿਓ ਪਕੜ ਲਿਆ, ਟਿਕਾ ਲਿਆ, ਗ੍ਰਹਿਣ ਕਰ ਲਿਆ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਭਾਵ ਗੁਰੂ ਸਾਹਿਬ ਇਹੀ ਗੱਲ ਸਾਨੂੰ ਸਮਝਾਉਣੀ ਚਾਹ ਰਹੇ ਨੇ ਕਿ ਜਿਹਨੇ ਪਰਮਾਤਮਾ ਦੇ ਗੁਣ ਨਹੀਂ ਗਾਏ ਉਹਨੇ ਆਪਣਾ ਜਨਮ ਵਿਅਰਥ ਗਵਾ ਲਿਆ, ਤੇ ਜਿਹਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਲਿਆ ਉਹਦੇ ਬਰਾਬਰ ਦਾ ਹੋਰ ਦੂਜਾ ਕੋਈ ਨਹੀਂ। ਜਦੋਂ ਆਪਾਂ ਪਾਤਸ਼ਾਹ ਦੀ ਬਾਣੀ ਨੂੰ ਪੜ੍ਹਦੇ ਹਾਂ, ਪ੍ਰਭੂ ਦੀ ਸਰਬ ਵਿਆਪਕਤਾ ਦੀ ਗੱਲ ਕਰਦੇ ਨੇ ਕਿ ਪਰਮਾਤਮਾ ਬਾਰੇ ਇਹ ਗੱਲ ਕਹਿ ਰਹੇ ਕਿ ਉਹ ਸਭ ਦੇ ਅੰਦਰ ਵਸ ਰਿਹਾ ਹੈ, ਸਰਬ ਵਿਆਪਕ ਹੈ। ਤੇ ਸਮਝਾ ਰਹੇ ਨੇ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਤੂੰ ਕਿਉਂ ਜੰਗਲਾਂ ਵਿੱਚ ਜਾ ਕੇ ਖੋਜ ਰਿਹਾ ਹੈ? ਤੂੰ ਕਿਉਂ ਜੰਗਲਾਂ ਵਿੱਚ ਭੱਜਿਆ ਫਿਰਦਾ ਹੈ? ਉਹ ਪਰਮਾਤਮਾ ਜਿਸ ਦਾ ਨਿਵਾਸ ਸਭ ਦੇ ਹਿਰਦੇ ਵਿੱਚ ਹੈ, ਤੇਰੇ ਨਾਲ ਹੀ ਸਮਾ ਰਿਹਾ, ਤੇਰੇ ਨਾਲ ਹੀ ਸਮਾ ਰਿਹਾ। ਘਟ ਘਟ ਮੈਂ ਹਰ ਜੂ ਬਸਾ ਹੈ, ਸੰਤਨ ਕਹਿਓ ਪੁਕਾਰ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਬਾਰ-ਬਾਰ ਇਹ ਅਹਿਸਾਸ ਕਰਵਾ ਰਹੀ ਹੈ, ਇਹ ਬਾਰ-ਬਾਰ ਅਹਿਸਾਸ ਕਰਵਾ ਰਹੀ ਹੈ। ਹੁਣ ਜਦੋਂ ਆਪਾਂ ਪਾਤਸ਼ਾਹ ਦੇ ਬਾਣੀ ਨੂੰ ਪੜ੍ਹਦੇ ਹਾਂ ਤੇ ਜਿਵੇਂ ਆਪਾਂ ਜੀਵਨ ਮਨੋਰਥ ਦੀ ਗੱਲ ਕਰਦੇ ਹਾਂ, ਮਨੁੱਖਾ ਜਨਮ ਕਿਉਂ ਮਿਲਿਆ, ਆਪਾਂ ਰੋਜ਼ਾਨਾ ਰਹਿਰਾਸ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਪਰਮਾਤਮਾ ਨਾਲ ਸਾਂਝ ਪਾਉਣ ਵਾਸਤੇ ਮਿਲਿਆ। ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਣੀ ਵਿੱਚ ਵੀ ਇਹੀ ਗੱਲ ਕਹਿ ਰਹੇ ਨੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਨਸ ਦੇ ਲਹੀ, ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ। ਪਾਤਸ਼ਾਹ ਕਹਿੰਦੇ ਨੇ ਮਿਲਣ ਦੀ ਵਾਰੀ ਹੈ। ਉੱਥੇ ਕਹਿ ਰਹੇ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਇੱਥੇ ਕਹਿ ਰਹੇ ਨਾਨਕ ਕਹਿਤ ਮਿਲਣ ਕੀ ਬਰੀਆ। ਇਹ ਤੈਨੂੰ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਮਨੁੱਖਾ ਜਨਮ। ਕਿਉਂ ਵਿਅਰਥ ਗਵਾ ਰਿਹਾ ਹੈ? ਕਿਉਂ ਇਸ ਜਨਮ ਦੇ ਮਾਇਆ ਦੇ ਪਿੱਛੇ ਲਾ ਕੇ ਇਸ ਜਨਮ ਨੂੰ ਵਿਅਰਥ ਗਵਾ ਰਿਹਾ? ਹੁਣ ਜਿਸ ਨੇ ਬਾਣੀ ਨੂੰ ਪੜ੍ਹ ਲਿਆ, ਬਾਣੀ ਨੂੰ ਵਿਚਾਰ ਲਿਆ, ਆਪਣਾ ਜੀਵਨ ਬਾਣੀ ਦੇ ਅਨੁਸਾਰ ਕਰ ਲਿਆ, ਪਾਤਸ਼ਾਹ ਉਹਦੇ ਬਾਰੇ ਕਹਿ ਰਹੇ ਨੇ, ਹਰ ਖਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਣਾ ਮੁਕਤ ਤਾਹੇ ਤੈ ਜਾਣ। ਜਿਸ ਨੇ ਖੁਸ਼ੀ ਤੇ ਗਮੀ ਨੂੰ ਇੱਕੋ ਜਿਹਾ ਹੀ ਸਮਝਿਆ, ਕੁਛ ਫਰਕ ਨਹੀਂ ਹੈ। ਵੈਰੀ ਭਾਵ ਦੁਸ਼ਮਣ, ਮੀਤ ਭਾਵ ਮਿੱਤਰ, ਦੁਸ਼ਮਣ ਤੇ ਮਿੱਤਰ ਨੂੰ ਇੱਕੋ ਜਿਹਾ ਸਮਝ ਲਿਆ, ਕੋਈ ਫਰਕ ਨਹੀਂ ਹੈ। ਤੇ ਪਾਤਸ਼ਾਹ ਕਹਿੰਦੇ ਉਹ ਵਿਅਕਤੀ ਮੁਕਤੀ ਪ੍ਰਾਪਤ ਕਰ ਗਿਆ, ਉਹ ਮੁਕਤ ਹੋ ਗਿਆ। ਭਾਈ ਕਨ੍ਹਈਆ ਜੀ ਨੂੰ ਆਪਾਂ ਪੜ੍ਹਦੇ ਹਾਂ ਨਾ, ਭਾਈ ਕਨ੍ਹਈਆ ਜੀ ਮਿੱਤਰ ਤੇ ਦੋਸਤ ਦੀ, ਮਿੱਤਰ ਤੇ ਦੁਸ਼ਮਣ ਦੀ ਪਰਿਭਾਸ਼ਾ ਸਮਝਦੇ ਹੀ ਇੱਕੋ ਹੀ ਨੇ, ਸਾਰੇ ਜਨਾਂ ਨੂੰ ਇੱਕੋ ਜਿਹੇ ਨਜ਼ਰ ਆਉਂਦੇ ਪਏ ਨੇ। ਤੇ ਭਾਈ ਕਨ੍ਹਈਆ ਜੀ, ਆਪਾਂ ਸਾਰਿਆਂ ਨੂੰ ਸ਼ਾਇਦ ਪਤਾ ਹੋਏਗਾ ਕਿ ਭਾਈ ਕਨ੍ਹਈਆ ਜੀ ਨੇ ਗੁਰਸਿੱਖੀ ਦੀ ਦਾਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੋਲੋਂ ਪ੍ਰਾਪਤ ਕੀਤੀ ਸੀ। ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਰਹਿ ਕੇ ਭਾਈ ਕਨ੍ਹਈਆ ਜੀ ਨੇ ਇਹ ਅਵਸਥਾ ਪ੍ਰਾਪਤ ਕੀਤੀ ਸੀ ਤੇ ਸੇਵਾ ਵਿੱਚ ਲੱਗੇ ਨੇ। ਤੇ ਬਾਅਦ ਵਿੱਚ ਦਸਮ ਪਾਤਸ਼ਾਹ ਦੇ ਸਮੇਂ ਉਹ ਦੁਸ਼ਮਣ ਨੂੰ ਵੀ ਪਾਣੀ ਪਿਆ ਰਹੇ ਨੇ। ਤੇ ਇਹ ਗੱਲ ਆਪਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਬੈਰੀ ਮੀਤ ਸਮਾਨ, ਦੁਸ਼ਮਣ ਤੇ ਮਿੱਤਰ ਉਹਨਾਂ ਨੂੰ ਇੱਕੋ ਜਿਹੇ ਨਜ਼ਰ ਆ ਰਹੇ ਨੇ। ਤੇ ਜਿਹੜਾ ਇਸ ਅਵਸਥਾ ਵਿੱਚ ਹੈ ਨਾ, ਉਸ ਨੂੰ ਪਾਤਸ਼ਾਹ ਕਹਿੰਦੇ ਨੇ, ਕਹੋ ਨਾਨਕ ਸੁਣ ਰੇ ਮਣਾ ਮੁਕਤ ਤਾਹੇ ਤੈ ਮਾਨ। ਉਹ ਮੁਕਤ ਹੈ, ਉਹ ਮੁਕਤ ਹੈ। ਆਪਾਂ ਰੋਜ਼ਾਨਾ ਅਰਦਾਸ ਵਿੱਚ ਪੜ੍ਹਦੇ ਹਾਂ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਤਾਏ। ਉਸ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਸਿਮਰਨਾ ਹੈ, ਯਾਦ ਕਰਨਾ ਹੈ ਉਹਨਾਂ ਦੀ ਬਾਣੀ ਦੇ ਵਿੱਚੋਂ, ਉਹਨਾਂ ਦੀ ਬਾਣੀ ਪੜ੍ਹ ਕੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਯਾਦ ਆਪਾਂ ਉਹਨਾਂ ਦੀ ਬਾਣੀ ਪੜ੍ਹ ਕੇ ਕਰਨਾ, ਤਸਵੀਰ ਨਾਲ ਨਹੀਂ ਯਾਦ ਕਰਨਾ। ਇਸ ਗੱਲ ਸਾਨੂੰ ਸਮਝ ਨਹੀਂ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਉਪਦੇਸ਼ ਨੇ ਉਹ ਉਹਨਾਂ ਦੇ ਜੀਵਨ ਵਿੱਚੋਂ ਤੇ ਉਹਨਾਂ ਦੀ ਬਾਣੀ ਵਿੱਚੋਂ ਸਾਨੂੰ ਮਿਲਣੇ ਨੇ। ਅਸੀਂ ਉਹਨਾਂ ਦੀ ਬਾਣੀ ਨਾਲ ਸਾਂਝ ਪਾਣੀ ਹੈ। ਇਹ 400 ਸਾਲਾ ਪੁਰਬ ਮਨਾਇਆ ਸਾਡਾ ਸਫਲ ਹੈ, ਕਿਉਂਕਿ ਅਸੀਂ ਅੱਜ ਇੱਕ ਐਸੇ ਮਾਹੌਲ ਵਿੱਚ ਬੈਠੇ ਹਾਂ ਕਿ ਕੋਈ ਵੱਡੇ ਸਮਾਗਮ ਨਹੀਂ ਹੋ ਸਕਦੇ। ਇਸ ਬਾਣੀ ਨਾਲ ਸਾਂਝ ਪਾ ਲਈਏ, ਬਾਣੀ ਨੂੰ ਪੜ੍ਹ ਲਈਏ, ਬਾਣੀ ਦੇ ਵਿਚਾਰਾਂ ਦੇ ਨਾਲ ਸਾਂਝ ਪਾ ਲਈਏ, ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਰਾਮ ਨਾਮ ਔਰ ਮੈਂ ਗਹਿਓ ਆਪਣੇ ਹਿਰਦੇ ਵਿੱਚ ਟਿਕਾ ਲਈਏ। ਸੱਚਮੁੱਚ ਇਹ ਸਾਡਾ 400 ਸਾਲਾ ਪੁਰਬ ਮਨਾਇਆ ਸਫਲ ਹੋ ਜਾਏਗਾ। ਆਪ ਸਾਰੀ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।